ਬਹੁਤ ਹੀ ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸੂਚਨਾ ਅਤੇ ਤਕਨੀਕ ਨੂੰ ਵਰਤਦੇ ਹੋਏ ਤੁਹਾਨੂੰ ਪੜ੍ਹਾਈ ਨਾਲ ਜੋੜੀ ਰੱਖਣ ਲਈ ਮੈਂ ਜਸਵਿੰਦਰ ਪੱਟੀ 9ਵੀਂ ਜਮਾਤ ਦੇ ਭੂਗੋਲ ਦਾ ਪਾਠ 2A ਧਰਾਤਲ ਅਤੇ ਭੂ ਆਕ੍ਰਿਤੀਆਂ ਲੈ ਕੇ ਹਾਜ਼ਰ ਹਾਂ। ਪਿਆਰੇ ਬੱਚਿਓ, ਧਰਾਤਲ ਦਾ ਅਰਥ ਧਰਤੀ ਦੀ ਸਤ੍ਹਾ ਅਤੇ ਭੂ ਆਕ੍ਰਿਤੀਆਂ ਦਾ ਮਤਲਬ ਧਰਤੀ ਉੱਪਰ ਬਣੇ ਥਲ ਰੂਪ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਇਸ ਨਕਸ਼ੇ ਵਿੱਚ ਦੇਖ ਰਹੇ ਹੋ, ਇਹ ਭਾਰਤ ਦਾ ਨਕਸ਼ਾ ਹੈ। ਇਸ ਵਿੱਚ ਪਹਾੜ, ਹਰੇ ਭਰੇ ਮੈਦਾਨ ਅਤੇ ਪਠਾਰ ਦਾ ਇਲਾਕਾ ਹੈ। ਇਸ ਦੇ ਨਾਲ ਹੀ ਰੇਗਿਸਤਾਨ ਦਾ ਇਲਾਕਾ ਜਿਹੜਾ ਸਾਨੂੰ ਦਿਸ ਰਿਹਾ ਹੈ, ਔਰ ਭਾਰਤ ਦੇ ਦੱਖਣੀ ਹਿੱਸੇ ਵਿੱਚ ਹਿੰਦ ਮਹਾਸਾਗਰ, ਭਾਰਤ ਦੇ ਪੂਰਬ ਅਤੇ ਪੱਛਮ ਵਾਲੇ ਹਿੱਸੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਹਨ। ਭਾਰਤ ਦੇ ਕੁੱਲ ਖੇਤਰਫਲ ਦੇ ਵਿੱਚ 18.0% ਪਹਾੜੀਆਂ ਹਨ। 10.7% ਦੇ ਲਗਭਗ ਉੱਚੇ ਪਹਾੜ ਹਨ। 27.7% ਪਠਾਰ ਦਾ ਇਲਾਕਾ ਹੈ ਅਤੇ 43% ਮੈਦਾਨ ਹਨ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਮੈਦਾਨੀ ਇਲਾਕਾ ਕਾਫੀ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕਿਉਂਕਿ ਭਾਰਤ ਇੱਕ ਬਹੁਤ ਵਿਸ਼ਾਲ ਦੇਸ਼ ਹੈ, ਇਸ ਲਈ ਭਾਰਤ ਨੂੰ ਭੂ ਆਕ੍ਰਿਤੀਆਂ ਨਾਲ ਭਰਪੂਰ ਦੇਸ਼ ਵੀ ਕਿਹਾ ਜਾਂਦਾ ਹੈ। ਇਸ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤਾਂ ਦੀ ਲੜੀ ਹੈ। ਮੱਧ ਅਤੇ ਦੱਖਣ ਵਿੱਚ ਸੰਸਾਰ ਦੇ ਸਭ ਤੋਂ ਪੁਰਾਣੇ ਪਠਾਰ ਹਨ। ਭਾਰਤ ਦੇ ਕੁੱਲ ਖੇਤਰਫਲ ਦੇ 43% ਹਿੱਸੇ ਵਿੱਚ ਮੈਦਾਨ ਹਨ। ਇਸੇ ਤਰ੍ਹਾਂ ਆਪਾਂ ਭਾਰਤ ਦੀ ਭੂਗੋਲਿਕ ਵੰਡ ਕਰਦੇ ਹਾਂ। ਭਾਰਤ ਨੂੰ ਆਪਾਂ ਮੁੱਖ ਤੌਰ 'ਤੇ 5 ਭਾਗਾਂ ਵਿੱਚ ਵੰਡ ਸਕਦੇ ਹਾਂ। ਨੰਬਰ 1, ਵਿਸ਼ਾਲ ਹਿਮਾਲਿਆ ਪਰਬਤ। ਨੰਬਰ 2, ਉੱਤਰ ਦੇ ਵਿਸ਼ਾਲ ਮੈਦਾਨ ਅਤੇ ਮਾਰੂਥਲ। ਨੰਬਰ 3, ਪ੍ਰਾਇਦੀਪੀ ਪਠਾਰ। ਨੰਬਰ 4, ਤੱਟ ਦੇ ਮੈਦਾਨ। ਨੰਬਰ 5, ਭਾਰਤੀ ਦੀਪ ਸਮੂਹ। ਵਿਦਿਆਰਥੀਓ, ਸਾਡੇ ਕੋਲ ਇਹ ਭਾਰਤ ਦਾ ਇੱਕ ਆਊਟਲਾਈਨ ਮੈਪ ਹੈ, ਜਿਹਨੂੰ ਖਾਲੀ ਨਕਸ਼ਾ ਵੀ ਆਪਾਂ ਕਹਿ ਸਕਦੇ ਹਾਂ। ਆਪਾਂ ਇਸ ਮੈਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਭੂ ਆਕ੍ਰਿਤੀਆਂ ਹਨ, ਇਹ ਭਾਰਤ ਵਿੱਚ ਕਿੱਥੇ ਕਿੱਥੇ ਸਥਿਤ ਹਨ। ਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸ਼ਾਲ ਹਿਮਾਲਿਆ ਪਰਬਤ ਦੀ। ਉਹ ਵਿਸ਼ਾਲ ਹਿਮਾਲਿਆ ਪਰਬਤ ਦੀ ਜਿਹੜੀ ਤੁਸੀਂ ਸਥਿਤੀ ਇੱਥੇ ਦੇਖ ਸਕੋਗੇ, ਜਿਸ ਦੇ ਨਾਲ ਤੁਹਾਨੂੰ ਇਸ ਨੂੰ ਸਮਝਣ ਦੇ ਵਿੱਚ ਕਾਫੀ ਜਿਹੜਾ ਆ ਉਹ ਸੁਖਾਲਾ ਰਹੇਗਾ। ਨੰਬਰ 2, ਉੱਤਰ ਦੇ ਵਿਸ਼ਾਲ ਮੈਦਾਨ ਅਤੇ ਮਾਰੂਥਲ। ਹੁਣ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਇਹ ਉੱਤਰੀ ਭਾਰਤ ਦੇ ਵਿੱਚ ਵਿਸ਼ਾਲ ਮੈਦਾਨ ਹੈ ਅਤੇ ਇਸ ਦੇ ਵਿੱਚ ਹੀ ਇੱਕ ਮਾਰੂਥਲ ਦਾ ਇਲਾਕਾ ਵੀ ਹੈ। ਤੋ ਨੰਬਰ 3, ਪ੍ਰਾਇਦੀਪੀ ਪਠਾਰ। ਇਹ ਪ੍ਰਾਇਦੀਪੀ ਪਠਾਰ ਭਾਰਤ ਦਾ ਦੱਖਣ ਵਾਲਾ ਹਿੱਸਾ, ਜਿਸ ਨੂੰ ਤਿਕੋਣ ਦੇ ਰੂਪ ਵਿੱਚ ਆਪਾਂ ਦੇਖਦੇ ਹਾਂ, ਇਹ ਹਿੱਸਾ ਪ੍ਰਾਇਦੀਪੀ ਪਠਾਰ ਭਾਵ ਪਠਾਰੀ ਇਲਾਕਾ ਹੈ। ਨੰਬਰ 4, ਤੱਟ ਦੇ ਮੈਦਾਨ। ਤੱਟ ਦਾ ਭਾਵ ਭਾਰਤ ਦੀ ਸਮੁੰਦਰ ਦੇ ਨਾਲ ਲੱਗਦੀ ਜਿਹੜੀ ਸੀਮਾ ਰੇਖਾ ਆ, ਸਮੁੰਦਰ ਦਾ ਤੱਟ ਜਿਹੜਾ ਆ, ਉਸ ਦੇ ਨਾਲ ਨਾਲ ਕੁਝ ਮੈਦਾਨੀ ਹਿੱਸਾ ਹੈ। ਇਸ ਨੂੰ ਅਸੀਂ ਤੱਟ ਦੇ ਮੈਦਾਨ ਆਖਦੇ ਹਾਂ। ਨੰਬਰ 5, ਭਾਰਤੀ ਦੀਪ ਸਮੂਹ। ਬੱਚਿਓ, ਦੀਪ ਦਾ ਮਤਲਬ ਸਮੁੰਦਰ ਦੇ ਵਿੱਚ ਕੁਝ ਅਜਿਹਾ ਧਰਤੀ ਦਾ ਹਿੱਸਾ ਹੁੰਦਾ ਹੈ
ਜਿਹੜਾ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਵੇ। ਔਰ ਸਾਡੇ ਕੋਲ ਦੋ ਦੀਪ ਸਮੂਹ ਹਨ, ਇੱਕ ਅੰਡੇਮਾਨ ਨਿਕੋਬਾਰ ਔਰ ਦੂਸਰਾ ਲਕਸ਼ਦੀਪ। ਇਹਨਾਂ ਨੂੰ ਅਸੀਂ ਨਕਸ਼ੇ ਉੱਪਰ ਗੋਲਾ ਮਾਰ ਕੇ ਦਰਸਾਇਆ ਹੈ। ਤੋ ਮੈਨੂੰ ਆਸਿਆ ਵੀ ਤੁਹਾਨੂੰ ਕਾਫੀ ਹੱਦ ਤੱਕ ਭਾਰਤ ਦੀ ਭੂਗੋਲਿਕ ਸਥਿਤੀ ਦਾ ਗਿਆਨ ਹੋ ਗਿਆ ਹੋਵੇਗਾ। ਆਓ ਆਪਾਂ ਹੁਣ ਇਹਨਾਂ ਬਾਰੇ ਵਿਸਥਾਰ ਦੇ ਨਾਲ ਕਰਦੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਨਕਸ਼ਾ ਦਿਖਾਇਆ ਸੀ, ਇਸ ਨੂੰ ਦੁਬਾਰਾ ਫਿਰ ਦਿਖਾ ਰਿਹਾ ਹਾਂ ਤਾਂ ਕਿ ਤੁਸੀਂ ਅੰਦਾਜ਼ਾ ਲਗਾ ਸਕੋ ਕਿ ਇਹ ਭੂ ਆਕ੍ਰਿਤੀਆਂ ਕਿੱਥੇ ਕਿੱਥੇ ਸਥਿਤ ਹਨ। ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ ਪਹਿਲੀ ਭੂਗੋਲਿਕ ਵੰਡ ਦੇ ਅਨੁਸਾਰ ਪਹਿਲੀ ਭੂ ਆਕ੍ਰਿਤੀ ਦੀ, ਵਿਸ਼ਾਲ ਹਿਮਾਲਿਆ ਪਰਬਤ। ਜਿਵੇਂ ਕਿ ਆਪਾਂ ਇਸ ਦੇ ਨਾਂ ਤੋਂ ਹੀ ਸਾਨੂੰ ਸਪਸ਼ਟ ਹੈ ਕਿ ਵਿਸ਼ਾਲ ਮੀਨਸ ਬਹੁਤ ਵੱਡਾ। ਇਹ ਹਿਮਾਲਿਆ ਪਰਬਤ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਿਆ ਹੋਇਆ ਹੈ। ਹਿਮਾਲਿਆ ਪਰਬਤ ਦੀ ਸਿਰਜਣਾ ਟੈਕਟੋਨਿਕ ਕਿਰਿਆਵਾਂ ਨਾਲ ਹੋਈ ਹੈ। ਜਿੱਥੇ ਅੱਜ ਕੱਲ੍ਹ ਹਿਮਾਲਿਆ ਹੈ, ਉੱਥੇ 12 ਕਰੋੜ ਸਾਲ ਪਹਿਲਾਂ ਘੱਟ ਡੂੰਘਾ ਪਰ ਵਿਸ਼ਾਲ ਸਾਗਰ ਸੀ, ਜਿਸ ਦਾ ਨਾਮ ਟੈਥੀਸ ਸੀ, ਭਾਵ ਟੈਥੀਸ ਸਾਗਰ। ਇਸ ਦੇ ਉੱਤਰ ਵੱਲ ਯੂਰੇਸ਼ੀਆ ਅਤੇ ਦੱਖਣ ਵੱਲ ਗੋਂਡਵਾਨਾ ਲੈਂਡ ਦੇ ਭੂ-ਭਾਗ ਸਨ। ਗੋਂਡਵਾਨਾ ਲੈਂਡ ਦੇ ਉੱਤਰ ਪੱਛਮ ਦਿਸ਼ਾ ਵਿੱਚ ਖਿਸਕਣ ਨਾਲ ਟੈਥੀਸ ਵਿੱਚ ਜਮ੍ਹਾਂ ਹੋਇਆ ਜਲੋੜ ਉੱਪਰ ਉੱਠਣ ਨਾਲ ਹਿਮਾਲਿਆ ਦਾ ਜਨਮ ਹੋਇਆ। ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਨੂੰ ਅਸੀਂ ਇਸ ਤਰ੍ਹਾਂ ਵੰਡ ਕਰ ਸਕਦੇ ਹਾਂ: ਟਰਾਂਸ ਹਿਮਾਲਿਆ, ਉੱਚਤਮ ਹਿਮਾਲਿਆ, ਛੋਟਾ ਜਾਂ ਨੀਵਾਂ ਹਿਮਾਲਿਆ, ਸ਼ਿਵਾਲਿਕ ਅਤੇ ਪੂਰਵਾਂਚਲ। ਪਿਆਰੇ ਬੱਚਿਓ, ਟਰਾਂਸ ਹਿਮਾਲਿਆ ਤੋਂ ਭਾਵ ਹਿਮਾਲਿਆ ਦਾ ਪਰਲੇ ਪਾਸੇ ਦਾ ਇਲਾਕਾ। ਇਸ ਨੂੰ ਆਪਾਂ ਤਿੱਬਤ ਹਿਮਾਲਿਆ ਵੀ ਕਹਿ ਸਕਦੇ ਹਾਂ। ਇਸ ਵਿੱਚ ਇੱਕ ਚੋਟੀ ਜਿਸ ਨੂੰ K2 ਜਾਂ ਗੋਡਵਿਨ ਆਸਟਨ ਵੀ ਆਖਦੇ ਹਨ, ਉਹ ਭਾਰਤ ਦੀ ਸਭ ਤੋਂ ਉੱਚੀ ਔਰ ਦੁਨੀਆ ਦੀ ਦੂਸਰੇ ਨੰਬਰ ਦੀ ਚੋਟੀ ਹੈ। ਇਸੇ ਤਰੀਕੇ ਨਾਲ ਜਿਹੜਾ ਉੱਚਤਮ ਹਿਮਾਲਿਆ ਹੈ, ਉਸ ਵਿੱਚ ਮਾਊਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਔਰ ਇਹ ਨੇਪਾਲ ਦੇਸ਼ ਵਿੱਚ ਸਥਿਤ ਹੈ। ਤੋ ਪਿਆਰੇ ਬੱਚਿਓ, ਜੇਕਰ ਹਿਮਾਲਿਆ ਪਰਬਤ ਇੰਨਾ ਵਿਸ਼ਾਲ ਹੈ ਤਾਂ ਇਸ ਦੇ ਕੁਝ ਨਾ ਕੁਝ ਲਾਭ ਜਾਂ ਕੁਝ ਨਾ ਕੁਝ ਅਸਰ ਜਿਹੜੇ ਆ ਉਹ ਵੀ ਭਾਰਤ ਉੱਪਰ ਜ਼ਰੂਰ ਪੈਂਦੇ ਹੋਣਗੇ। ਤੋ ਇਹਨਾਂ ਬਾਰੇ ਕੁਝ ਗੱਲ ਕਰਦੇ ਹਾਂ। ਹਿਮਾਲਿਆ ਪਰਬਤ ਸਾਨੂੰ ਉੱਤਰ ਵੱਲੋਂ ਆਉਂਦੀਆਂ ਠੰਡੀਆਂ ਹਵਾਵਾਂ ਤੋਂ ਬਚਾਉਂਦਾ ਹੈ ਔਰ ਨਾਲ ਹੀ ਮਾਨਸੂਨ ਦੀ ਵਰਖਾ ਵੀ ਪਰਬਤਾਂ ਨਾਲ ਪੌਣਾਂ ਦੇ ਟਕਰਾਉਣ ਕਾਰਨ ਪੈਂਦੀ ਹੈ। ਭਾਵ ਹਿਮਾਲਿਆ ਪਰਬਤ ਜਿਹੜਾ ਸਾਡੀ ਵਰਖਾ ਦਾ ਮੁੱਖ ਸਰੋਤ ਵੀ ਹੈ। ਨੰਬਰ 2, ਹਿਮਾਲਿਆ ਪਰਬਤ ਭਾਰਤ ਦੀਆਂ ਪ੍ਰਮੁੱਖ ਨਦੀਆਂ ਦਾ ਸਰੋਤ ਹੈ। ਭਾਵ ਭਾਰਤ ਦੀਆਂ ਜਿੰਨੀਆਂ ਵੀ ਵੱਡੀਆਂ ਅਤੇ ਪ੍ਰਮੁੱਖ ਨਦੀਆਂ ਹਨ, ਉਹਨਾਂ ਨੂੰ ਪਾਣੀ ਹਿਮਾਲਿਆ ਪਰਬਤ ਵਿੱਚੋਂ ਹੀ ਮਿਲਦਾ ਹੈ। ਨੰਬਰ 3, ਹਿਮਾਲਿਆ ਦੇ ਜੰਗਲ ਕਈ ਪ੍ਰਕਾਰ ਦੇ ਰੁੱਖਾਂ ਅਤੇ ਜੜੀ ਬੂਟੀਆਂ ਦਾ ਭੰਡਾਰ ਹਨ, ਜਿਨ੍ਹਾਂ ਤੋਂ ਆਯੁਰਵੈਦਿਕ ਦਵਾਈਆਂ ਬਣਦੀਆਂ ਹਨ। ਨੰਬਰ 4, ਹਿਮਾਲਿਆ ਸਿਹਤਵਰਧਕ ਪਹਾੜ ਹਨ। ਸੰਸਾਰ ਭਰ ਤੋਂ ਸੈਲਾਨੀ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਹਿਮਾਲਿਆ ਦੇ ਪ੍ਰਮੁੱਖ ਸਥਾਨਾਂ 'ਤੇ ਸੈਰ ਕਰਨ ਜਾਂਦੇ ਹਨ। ਡਲਹੌਜ਼ੀ, ਸ਼ਿਮਲਾ, ਨੈਨੀਤਾਲ, ਮਨਾਲੀ, ਮਸੂਰੀ, ਅਲਮੋੜਾ, ਦਾਰਜੀਲਿੰਗ ਕੁਝ ਅਜਿਹੇ ਸਥਾਨ ਹਨ ਜਿੱਥੇ ਸੈਲਾਨੀ ਬਹੁਤ ਵੱਡੀ ਮਾਤਰਾ ਵਿੱਚ ਆਉਂਦੇ ਹਨ। ਨੰਬਰ 5, ਹਿਮਾਲਿਆ ਵਿੱਚ ਕਈ ਤੀਰਥ ਸਥਾਨ ਵੀ ਹਨ, ਜਿਵੇਂ ਕੈਲਾਸ਼, ਅਮਰਨਾਥ, ਬਦਰੀਨਾਥ, ਕੇਦਾਰਨਾਥ, ਮਾਤਾ ਵੈਸ਼ਨੋ ਦੇਵੀ, ਜਵਾਲਾ ਜੀ, ਚਿੰਤਪੁਰਨੀ, ਗੰਗੋਤਰੀ, ਜਮਨੋਤਰੀ, ਹੇਮਕੁੰਟ ਸਾਹਿਬ। ਤੋ ਇਹਨਾਂ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਹਰ ਸਾਲ ਲੱਖਾਂ ਹੀ ਯਾਤਰੀ ਜਿਹੜੇ ਆ ਦਰਸ਼ਨ ਕਰਨ ਆਉਂਦੇ ਹਨ। ਤੋ ਨੰਬਰ 2 'ਤੇ ਸਾਡੇ ਕੋਲ ਭਾਰਤ ਦਾ ਅਗਲਾ ਭੂ ਭਾਗ ਜਾਂ ਭੂ ਆਕ੍ਰਿਤੀ ਉਹ ਹੈ ਉੱਤਰ ਦੇ ਵਿਸ਼ਾਲ
मैदान। ਸਿੰਧ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹਨ। ਭਾਰਤ ਵਿੱਚ ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਤੱਕ ਹੈ। ਇਹ ਮੈਦਾਨ ਹਿਮਾਲਿਆ ਪਰਬਤ ਤੋਂ ਹੇਠਾਂ ਵਗਣ ਵਾਲੀਆਂ ਨਦੀਆਂ ਦੁਆਰਾ ਰੋੜ ਕੇ ਲਿਆਂਦੀ ਮਿੱਟੀ ਦੇ ਨਿਖੇਧ ਨਾਲ ਬਣੇ ਹਨ। ਭਾਵ ਇਹ ਭਾਰਤ ਦਾ ਇਹ ਮੈਦਾਨੀ ਜਿਹੜਾ ਖੇਤਰ ਹੈ ਇਹ ਬਹੁਤ ਹੀ ਉਪਜਾਊ ਮਿੱਟੀ ਤੋਂ ਬਣਿਆ ਹੋਇਆ ਹੈ। ਅਗਲੀ ਭੂ ਕਿਰਤੀ ਹੈ ਮਾਰੂਥਲ। ਬੱਚਿਓ ਜਿਵੇਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਤੁਸੀਂ, ਮਾਰੂਥਲ ਵਿੱਚ ਮਾਰੂਥਲ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿਸ ਵਿੱਚ ਨਾ ਤਾਂ ਪਾਣੀ ਹੁੰਦਾ ਹੈ ਔਰ ਨਾ ਹੀ ਬਨਸਪਤੀ। ਉਹ ਭਾਰਤ ਦੇ ਵਿੱਚ ਸਾਡੇ ਕੋਲ ਮਾਰੂਥਲ ਵਾਲਾ ਇਲਾਕਾ ਹੈ ਜਿਸ ਨੂੰ ਥਾਰ ਮਾਰੂਥਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਗਲਾ ਭੂ ਖੇਤਰ ਹੈ ਪ੍ਰਾਇਦੀਪੀ ਪਠਾਰ। ਬੱਚੋ ਜਦੋਂ ਅਸੀਂ ਭਾਰਤ ਦਾ ਨਕਸ਼ਾ ਦੇਖਦੇ ਹਾਂ ਤਾਂ ਸਾਨੂੰ ਨਕਸ਼ੇ ਦੇ ਹੇਠਾਂ ਤਿਕੋਨਾ ਹਿੱਸਾ ਜਿਹੜਾ ਆ ਉਹ ਸਾਡਾ ਦੱਖਣੀ ਭਾਰਤ ਦਾ ਹਿੱਸਾ ਹੈ, ਉਸ ਨੂੰ ਪ੍ਰਾਇਦੀਪੀ ਪਠਾਰ ਵੀ ਕਹਿ ਦਿੰਦੇ ਹਨ। ਇਹ ਭਾਰਤ ਦਾ ਪ੍ਰਮੁੱਖ ਭੂ ਰੂਪ ਭਾਰਤ ਦੇ ਮੱਧ ਤੋਂ ਲੱਗ ਕੇ ਦੱਖਣੀ ਭਾਰਤ ਦਾ ਸਾਰਾ ਇਲਾਕਾ ਹੈ। ਇਹ ਖੇਤਰ ਇਕੱਠਾ ਜਾਂ ਇੱਕ ਟੱਕ ਨਹੀਂ ਹੈ, ਸਗੋਂ ਆਪਣੀ ਵੱਖਰੀ ਵੱਖਰੀ ਪਹਿਚਾਣ ਰੱਖਦਾ ਹੈ। ਭਾਵ ਇਹ ਜਿਹੜਾ ਖੇਤਰ ਆ ਇਹਦੇ ਵੱਖਰੇ ਵੱਖਰੇ ਜਿਹੜੇ ਆ ਉਹ ਨਾਮ ਹਨ। ਵੈਸੇ ਇਹਨਾਂ ਨੂੰ ਕੁੱਲ ਮਿਲਾ ਕੇ ਆਪਾਂ ਕੀ ਕਹਿ ਦਿੰਦੇ ਹਾਂ, ਦੱਖਣ ਦੀ ਪਠਾਰ। ਤੋ ਅਗਲਾ ਸਾਡਾ ਭੂ ਭਾਗ ਹੈ ਤੱਟ ਦੇ ਮੈਦਾਨ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ, ਸਾਡੇ ਕੋਲ ਉਹੀ ਭਾਰਤ ਦਾ ਤਿਕੋਨਾ ਇਲਾਕਾ, ਭਾਵ ਦੱਖਣੀ ਭਾਰਤ ਦਾ ਇਲਾਕਾ, ਜਿਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਜੇਕਰ ਇਸ ਨਕਸ਼ੇ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਤੁਹਾਨੂੰ ਉੱਪਰ ਸਭ ਤੋਂ ਉੱਪਰਲੇ ਪਾਸੇ ਵਿਸ਼ਾਲ ਜਿਹੜਾ ਆ ਹਿਮਾਲਿਆ ਪਰਬਤ ਦੇ ਪਹਾੜ ਜਿਹੜੇ ਆ ਦਿਸ ਰਹੇ ਹਨ। ਉਸ ਤੋਂ ਬਾਅਦ ਥੋੜ੍ਹਾ ਅੱਗੇ ਆਓਗੇ ਦੇਖੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਮੈਦਾਨੀ ਭਾਗ ਜਿਹੜਾ ਉਹ ਦਿਸ ਰਿਹਾ ਹੈ। ਇਸ ਦੇ ਨਾਲ ਹੀ ਥਾਰ ਦਾ ਮਾਰੂਥਲ ਔਰ ਫਿਰ ਦੱਖਣ ਦੀ ਪਠਾਰ ਜਾਂ ਪਠਾਰ ਵਾਲਾ ਹਿੱਸਾ ਜਿਹੜਾ ਦਿਸ ਰਿਹਾ ਹੈ। ਇਸ ਦੇ ਨਾਲ ਹੀ ਸਮੁੰਦਰ ਵਾਲੇ ਕੰਢੇ ਦੇ ਬਿਲਕੁਲ ਨਾਲ ਮੈਦਾਨੀ ਇਲਾਕਾ ਹੈ, ਇਸ ਨੂੰ ਤੱਟ ਦੇ ਮੈਦਾਨ ਕਿਹਾ ਜਾਂਦਾ ਹੈ। ਇਹਨਾਂ ਮੈਦਾਨਾਂ ਨੂੰ ਵੀ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ। ਇੱਕ ਹੈ ਪੱਛਮੀ ਤੱਟ ਦੇ ਮੈਦਾਨ, ਭਾਵ ਪੱਛਮ ਵਾਲੇ ਪਾਸੇ ਦੇ ਮੈਦਾਨ, ਦੂਸਰੇ ਹਨ ਪੂਰਬੀ ਤੱਟ ਦੇ ਮੈਦਾਨ। ਇਸ ਤੋਂ ਅਗਲਾ ਭੂ ਭਾਗ ਭਾਰਤੀ ਦੀਪ ਸਮੂਹ। ਇਸ ਨਕਸ਼ੇ ਵਿੱਚ ਭਾਰਤੀ ਦੀਪ ਸਮੂਹਾਂ ਨੂੰ ਗੋਲਾ ਲਗਾ ਕੇ, ਸਰਕਲ ਲਗਾ ਕੇ ਦਰਸਾਇਆ ਗਿਆ ਹੈ। ਭਾਰਤੀ ਦੀਪਾਂ ਦੇ ਵਿੱਚ, ਭਾਰਤੀ ਦੀਪ ਸਮੂਹਾਂ ਦੇ ਵਿੱਚ ਕੁੱਲ 267 ਟਾਪੂ ਹਨ। ਇਸ ਵਿੱਚ ਬੰਗਾਲ ਦੀ ਖਾੜੀ ਵਿੱਚ ਸਥਿਤ ਅੰਡੇਮਾਨ ਤੇ ਨਿਕੋਬਾਰ ਅਤੇ ਅਰਬ ਸਾਗਰ ਵਿੱਚ ਸਥਿਤ ਲਕਸ਼ਦੀਪ ਹਨ। ਅੰਡੇਮਾਨ ਵਿੱਚ 204 ਟਾਪੂ ਹਨ ਔਰ ਨਿਕੋਬਾਰ ਵਿੱਚ 19 ਟਾਪੂ ਹਨ। ਇਸੇ ਤਰੀਕੇ ਨਾਲ ਜੋ ਸਾਡੇ ਕੋਲ ਲਕਸ਼ਦੀਪ ਅਰਬ ਸਾਗਰ ਦੇ ਵਿੱਚ ਟਾਪੂ ਹੈ, ਉੱਥੇ ਦੀਪਾਂ ਦੀ ਗਿਣਤੀ 34 ਹੈ। ਤੋ ਇਸ ਤਰੀਕੇ ਨਾਲ ਆਪਾਂ ਭਾਰਤ ਦੇ ਪ੍ਰਮੁੱਖ ਭੂਗੋਲਿਕ ਜਾਂ ਭੂ ਕਿਰਤੀਆਂ ਜਿਹੜੀਆਂ ਉਹਨਾਂ ਦਾ ਵੱਖਰੇ ਤੌਰ 'ਤੇ ਇਕੱਲੇ ਦਾ ਅਧਿਐਨ ਕੀਤਾ ਹੈ। ਅਤੇ ਇਸ ਦੇ ਨਾਲ ਸੰਬੰਧਿਤ ਕੁਝ ਯਾਦ ਰੱਖਣ ਯੋਗ ਗੱਲਾਂ। ਨੰਬਰ 1, ਭਾਰਤ ਦੇ ਕੁੱਲ ਰਕਬੇ ਵਿੱਚ 43% ਮੈਦਾਨ, 29.3% ਪਹਾੜੀ ਅਤੇ 27.7% ਪਹਾੜ ਹਨ। ਭਾਵ ਕੁੱਲ ਰਕਬੇ ਦੇ ਵਿੱਚ ਕੁੱਲ ਜਿਹੜਾ ਭਾਰਤ ਦਾ ਏਰੀਆ ਹੈ ਉਸ ਦੇ ਵਿੱਚ ਇਸ ਪਰਸੈਂਟੇਜ ਦੇ ਨਾਲ ਮੈਦਾਨ, ਪਹਾੜ ਅਤੇ ਪਠਾਰ ਹਨ। ਭੂਗੋਲਿਕ ਤੌਰ 'ਤੇ ਭਾਰਤ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
12 ਕਰੋੜ ਸਾਲ ਪਹਿਲਾਂ ਹਿਮਾਲਿਆ ਦੀ ਥਾਂ ਤੇ ਟੈਥੀਜ਼ ਨਾਮ ਦਾ ਸਾਗਰ ਸੀ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੇ ਭਾਰਤ ਦੀ ਸਭ ਤੋਂ ਉੱਚੀ ਚੋਟੀ ਗੋਡਵਿਨ ਆਸਟਿਨ ਹੈ, ਜਿਸ ਨੂੰ K2 ਦੇ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤੀ ਟਾਪੂ ਸਮੂਹਾਂ ਵਿੱਚ ਲਗਭਗ 267 ਟਾਪੂ ਹਨ। ਉਹ ਪਿਆਰੇ ਬੱਚਿਓ, ਇਹ ਸੀ ਅੱਜ ਦਾ ਵਿਸ਼ਾ, ਸਾਡਾ ਅੱਜ ਦਾ ਟੌਪਿਕ ਭਾਰਤ ਦੀਆਂ ਭੂ ਕਿਰਤੀਆਂ। ਤੋ ਮੈਨੂੰ ਆਸ ਹੈ ਤੁਸੀਂ ਇਸ ਟੌਪਿਕ ਨੂੰ, ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਅਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।